हाँ, सत श्री अकाल दोस्तों। ਅੱਜ एक बड़ी ही महत्वपूर्ण किताब मैं ਤੁਹਾਡੇ ਨਾਲ ਸਾਂਝੀ ਕਰ ਰਿਹਾ। ਇਹ ਫਰੀਦਕੋਟ ਰਿਆਸਤ ਦੇ ਰਾਜਾ ਬਲਬੀਰ ਸਿੰਘ ਨਾਲ ਸੰਬੰਧਿਤ ਡਾਇਰੀ ਹੈ। ਜਿਵੇਂ ਕੁਝ ਲੋਕਾਂ ਨੂੰ ਸ਼ੌਂਕ ਹੁੰਦਾ ਰੋਜ਼ਾਨਾ ਦੀ ਡਾਇਰੀ ਲਿਖਣ ਦਾ, ਉਵੇਂ ਹੀ ਰਾਜਾ ਬਲਬੀਰ ਸਿੰਘ ਜੀ ਨੂੰ ਇਹ ਡਾਇਰੀ ਲਿਖਣ ਦਾ ਸ਼ੌਂਕ ਸੀ। ਰਾਜਾ ਬਲਬੀਰ ਸਿੰਘ ਫਰੀਦਕੋਟ ਦੇ एक बहुत ही काबल और बड़े मशहूर राजा होए ने। ਇਹਦਾ ਕਾਰਨ ਇਹ ਹੈਗਾ ਕਿ ਉਹਨਾਂ ਨੇ ਬਹੁਤ ਸਾਰੇ ਐਸੇ ਕੰਮ ਕੀਤੇ ਆ ਜਿਹੜੇ ਮਤਲਬ ਉਸ ਸਮੇਂ 'ਤੇ ਆਪਣੇ ਆਪ ਵਿੱਚ ਮਾਰਕੇ ਵਾਲੇ ਕੰਮ ਸਨ। ਜਿਸ ਤਰ੍ਹਾਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਟੀਕਾ ਵੱਜਦਾ ਹੈ, ਉਹ ਇਹਨਾਂ ਨੇ ਜੋ ਇਹਨਾਂ ਦੇ ਪਿਤਾ ਦੇ ਕਾਰਜਕਾਲ ਦੌਰਾਨ ਉਹ ਸ਼ੁਰੂ ਹੋਇਆ ਸੀਗਾ, ਉਸ ਦੀ ਛਪਾਈ ਦਾ ਕੰਮ, ਅਤੇ ਇਹਨਾਂ ਨੇ ਉਹ ਕੰਪਲੀਟ ਕਰਵਾਇਆ, ਸੰਪੂਰਨ ਕਰਵਾਇਆ ਸੀ। ਇਸ ਤੋਂ ਬਿਨਾਂ ਦੀਨਾ ਕਾਂਗੜ ਵਿਖੇ ਗੁਰਦੁਆਰਾ ਸ਼੍ਰੀ ਲੋਹਗੜ੍ਹ ਸਾਹਿਬ ਹੈ ਜਿਹੜਾ, ਉਹਦੀ ਸੇਵਾ ਵੀ ਇਹਨਾਂ ਨੇ ਆਪ ਕਰਵਾਈ ਸੀ। ਉਹਦਾ ਨਿਸ਼ਾਨ ਸਾਹਿਬ ਉੱਥੋਂ ਦਾ ਜੋ ਸੀ ਉਹ ਡਿੱਗ ਪਿਆ ਸੀ ਅਤੇ ਉਸ ਨੂੰ ਦੁਬਾਰਾ ਤਮੀਰ ਕਰਵਾਇਆ ਇਹਨਾਂ ਨੇ। ਪੜ੍ਹਨ ਦਾ ਸ਼ੌਂਕ ਖੁਦ ਨੂੰ ਬਹੁਤ ਸੀ, ਕਿਉਂਕਿ ਆਪ ਇਹ ਮਯੋ ਕਾਲਜ ਅਜਮੇਰ ਦੇ ਪੜ੍ਹੇ ਹੋਏ ਸਨ, ਜਿੱਥੇ ਕਿ ਰਾਜਿਆਂ ਮਹਾਰਾਜਿਆਂ ਦੇ ਬੱਚੇ ਹੀ ਪੜ੍ਹਦੇ ਸਨ। ਅਤੇ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਕਾਲਜਾਂ ਦੇ ਵਿੱਚ ਪੜ੍ਹਨਾ ਵੀ ਵੱਡੀ ਗੱਲ ਹੁੰਦੀ ਸੀ ਕਿ ਆਮ ਤੌਰ 'ਤੇ ਰਾਜਿਆਂ ਮਹਾਰਾਜਿਆਂ ਦੇ ਬੱਚੇ ਵੀ ਕੋਈ ਬਹੁਤੀ ਪੜ੍ਹਾਈ ਜਿਹੜੀ ਵਿੱਦਿਆ ਸੀ ਉਹ ਗ੍ਰਹਿਣ ਨਹੀਂ ਸੀ ਕਰਦੇ। ਪਰ ਇਹਨਾਂ ਨੇ ਉਸ ਸਮੇਂ ਵੀ ਮਯੋ ਕਾਲਜ ਅਜਮੇਰ ਤੋਂ ਜਿਹੜੀ ਸੀ ਆਪਣੀ ਪੜ੍ਹਾਈ ਲਈ ਸੀ। ਇਹਨਾਂ ਦਾ ਜਨਮ ਆ ਜਿਹੜਾ ਉਹ 1869 ਦੇ ਵਿੱਚ ਹੋਇਆ ਸੀ। ਇਸੇ ਤਰੀਕੇ ਨਾਲ ਇਹਨਾਂ ਨੇ ਪੜ੍ਹਨ ਦਾ ਸ਼ੌਂਕ ਹੋਣ ਕਰਕੇ ਵੱਡੀ ਲਾਇਬ੍ਰੇਰੀ ਇੱਕ ਫਰੀਦਕੋਟ ਦੇ ਵਿੱਚ ਤਿਆਰ ਕਰਵਾਈ। ਇਸੇ ਤਰ੍ਹਾਂ ਹੀ ਬਲਬੀਰ ਪ੍ਰੈਸ ਸ਼ੁਰੂ ਕੀਤੀ ਇਹਨਾਂ ਨੇ, ਜੋ ਕਿ 1947 ਤੱਕ ਜਿਹੜੀ ਸੀ ਉਹ ਚੱਲਦੀ ਰਹੀ ਹੈ। ਆਮ ਤੌਰ 'ਤੇ ਕਿਹਾ ਜਾਂਦਾ ਕਿ ਅੰਗਰੇਜ਼ਾਂ ਨੇ ਪੰਜਾਬੀ ਦੀਆਂ ਪਹਿਲੀਆਂ ਪ੍ਰੈਸਾਂ ਜਿਹੜੀਆਂ ਸੀ ਉਹ ਅੰਗਰੇਜ਼ਾਂ ਨੇ ਸ਼ੁਰੂ ਕਰਵਾਈਆਂ ਸੀ। ਤਾਂ ਇਹ ਫਰੀਦਕੋਟ ਦੇ ਵਿੱਚ ਵੀ ਜਿਹੜੀ ਇਹਨਾਂ ਦੁਆਰਾ ਪ੍ਰੈਸ ਸੀਗੀ, ਜਿਹੜੀ ਉਹ 1900 ਤੋਂ ਪਹਿਲਾਂ ਜਿਹੜੀ ਫਰੀਦਕੋਟ ਪ੍ਰੈਸ ਸੀ ਉਹ ਚੱਲ ਪਈ ਸੀ। ਇਸੇ ਤਰੀਕੇ ਨਾਲ ਇਹ ਆਪ ਵੀ ਲਿਖਣ ਦੇ ਵੀ ਸ਼ੌਕੀਨ ਸੀ ਇਹ। ਅਤੇ ਇਹਨਾਂ ਨੇ ਜਿੱਥੇ ਆਇਨਾ ਬਰਾੜ ਬੰਸ ਫਰੀਦਕੋਟ ਰਿਆਸਤ ਦਾ ਇਤਿਹਾਸ ਜਿਹੜਾ ਸੀ ਉਹ ਛਪਵਾਇਆ, ਉੱਥੇ ਹੀ ਇਹਨਾਂ ਨੇ ਮਹਾਰਾਜਾ ਕਪੂਰਥਲਾ ਦਾ ਸਫ਼ਰਨਾਮਾ, ਮਹਾਰਾਣੀ ਕਪੂਰਥਲਾ ਦੀ ਦਾ ਸਫ਼ਰਨਾਮਾ ਦੀ ਡਾਇਰੀ, ਅਤੇ ਇੱਕ ਇਹਨਾਂ ਨੇ ਖੁਦ ਆਪ ਕਿਤਾਬ ਲਿਖੀ, ਇੱਕ ਰਾਜਾ ਔਰ ਉਸਕਾ ਦੌਰਾ। ਇਹ ਮਤਲਬ ਜਦੋਂ ਕਿਤੇ ਦੌਰਿਆਂ ਦੇ ਉੱਪਰ ਜਾਂਦੇ ਸੀ, ਆਪਣਾ ਰਿਆਸਤ ਦੇ ਦੌਰਿਆਂ ਦੇ ਉੱਤੇ, ਤਾਂ ਉਹਨੂੰ ਇਹ ਨਾਲ ਨਾਲ ਜਿਹੜਾ ਸੀ ਡਾਇਰੀ ਵਿੱਚ ਲਿਖਦੇ ਰਹਿੰਦੇ ਸੀ। ਅਤੇ ਫਿਰ ਉਹਨਾਂ ਨੇ ਇਹਦੀ ਕਿਤਾਬ ਛਪਵਾਈ ਇੱਕ, ਜਿਹੜੀ ਕਿ ਆਊਟ ਆਫ ਪ੍ਰਿੰਟ ਹੈ ਇਸ ਵੇਲੇ, ਮਤਲਬ ਉਹ ਮਿਲਦੀ ਨਹੀਂ ਹੈ ਉਹ, ਪਰ ਇਹ ਕਿਹਾ ਜਾਂਦਾ ਕਿ ਇਹਨਾਂ ਨੇ ਇੱਕ ਕਿਤਾਬ ਆ ਜਿਹੜੀ ਉਹ ਛਪਵਾਈ ਸੀ। ਇਸੇ ਤਰ੍ਹਾਂ ਹੀ ਇਹਨਾਂ ਨੇ ਫਰੀਦਕੋਟ ਦੇ ਵਿੱਚ ਪਹਿਲੀ ਵਾਰੀ ਸੀਗਾ ਕਿ ਇਹਨਾਂ ਨੇ ਸ਼ਾਹੀ ਕਿਲ੍ਹੇ ਤੋਂ ਬਾਹਰ ਜਿਹੜਾ ਸੀ ਉਹ ਆਪਣਾ ਮਹਿਲ, ਰਾਜ ਮਹਿਲ ਬਣਵਾਇਆ ਸੀ, ਜਿਹੜਾ ਕਿ ਹੁਣ ਵੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਫਰੀਦਕੋਟ ਦੇ ਵਿੱਚ ਤਮੀਰ ਹੈਗਾ। ਇਸੇ ਤਰ੍ਹਾਂ ਹੀ ਇਹਨਾਂ ਨੇ ਇੱਕ ਲਾਹੌਰ ਦੇ ਵਿੱਚ ਮਜੰਗ ਕੋਠੀ ਸੀ ਇਹਨਾਂ ਦੀ, ਉਹ ਤਿਆਰ ਕਰਵਾਈ। ਇਸੇ ਤਰ੍ਹਾਂ ਹੀ ਫਰੀਦਕੋਟ ਦਾ ਦਰਬਾਰ ਗੰਜ ਦੋਸਤੋ, ਬੜੀ ਸੋਹਣੀ ਬਿਲਡਿੰਗ ਹੈ ਫਰੀਦਕੋਟ ਦੇ ਵਿੱਚ, ਰਿਆਸਤ ਦੀ ਬਹੁਤ ਸ਼ਾਨਦਾਰ ਬਿਲਡਿੰਗ ਹੈ। ਉਹ ਬਿਲਡਿੰਗ ਵੀ ਜਿਹੜੀ ਸੀ ਉਹ ਮਹਾਰਾਜਾ ਬਲਬੀਰ ਸਿੰਘ ਨੇ ਹੀ ਤਿਆਰ ਕਰਵਾਈ ਸੀ। ਉਹਦਾ ਜਿਹੜਾ ਅਗਲਾ ਕੁਛ ਹਿੱਸਾ ਇਹਨਾਂ ਨੇ ਤਿਆਰ ਕਰਵਾਇਆ ਸੀ। ਜਦੋਂ ਇਹਨਾਂ ਦੀ ਭੂਆ ਦੀ ਬਰਾਤ, ਭੂਆ ਨੂੰ ਵਿਆਹੁਣ ਵਾਸਤੇ ਜਿਹੜੀ ਸੀ ਬਰਾਤ ਆਈ ਸੀ, ਅਤੇ ਮੁੰਡੇ ਵਾਲਿਆਂ ਨੇ ਕਿਹਾ ਵੀ ਅਸੀਂ ਤੰਬੂਆਂ ਦੇ ਵਿੱਚ ਨਹੀਂ ਰਹਿਣਾ। ਉਹ ਇੱਧਰੋਂ ਯੂਪੀ ਦੇ ਵਿੱਚ ਕੋਈ ਰਿਆਸਤ ਸੀ, ਉੱਥੋਂ ਦੇ ਉਹ ਸੀ ਵਿਆਹੁਣ ਆਏ ਸੀ, ਅਤੇ ਉਹਨਾਂ ਨੇ ਕਿਹਾ ਸੀ ਅਸੀਂ ਵੀ ਤੰਬੂਆਂ ਦੇ ਵਿੱਚ ਨਹੀਂ ਰਹਿਣਾ, ਕਿਉਂਕਿ ਉਦੋਂ ਜਿਹੜਾ ਸੀ ਤੰਬੂਆਂ ਦੇ ਵਿੱਚ ਲਾ ਕੇ, ਮਤਲਬ ਜਿਵੇਂ ਅੱਜ ਕੱਲ੍ਹ ਆਪਾਂ ਟੈਂਟ ਸਿਟੀ ਬਣਾ ਦਿੰਦੇ ਹੈਗੀਆਂ, ਉਵੇਂ ਤੰਬੂਆਂ ਦੀ ਸਿਟੀ ਬਣਾ ਕੇ ਉਸ ਦੇ ਵਿੱਚ ਬਰਾਤ ਨੂੰ ਠਹਿਰਾਉਣ ਦਾ ਰਿਵਾਜ਼ ਸੀ। ਪਰ ਉਹਨਾਂ ਨੇ ਕਿਹਾ ਅਸੀਂ ਨਹੀਂ ਰਹਿਣਾ, ਇਸ ਕਰਕੇ ਪੱਕੀ ਇਮਾਰਤ ਦੀ ਤਮੀਰ ਕਰਵਾਈ ਗਈ ਸੀ। ਇਸੇ ਤਰ੍ਹਾਂ ਹੀ ਇਹਨਾਂ ਨੇ ਬੀੜ ਚਹਿਲ ਦੇ ਵਿੱਚ ਇੱਕ ਬੜੀ ਸੋਹਣੀ ਇਮਾਰਤ ਫੈਰੀ ਕਾਟੇਜ ਵੱਜਦੀ ਹੈਗੀ ਆ ਜਿਹੜੀ, ਉਹ ਵੀ ਤਿਆਰ ਕਰਵਾਈ ਸੀ। ਕੋਟਕਪੂਰਾ ਸ਼ਹਿਰ ਵਿੱਚ 2 ਕੋਠੀਆਂ ਇਹਨਾਂ ਨੇ ਤਿਆਰ ਕਰਵਾਈਆਂ, ਪਰੀ ਮਹਿਲ ਅਤੇ ਆਰਾਇਸ਼ਗੰਜ, ਜਿਹਦੇ ਵਿੱਚ ਬਾਅਦ ਦੇ ਵਿੱਚ ਰੈਵਨਿਊ ਸੈਕਟਰੀ ਸਰਦਾਰ ਪੂਰਨ ਸਿੰਘ ਅਤੇ ਹਾਈ ਕੋਰਟ ਦੇ ਜੱਜ ਹਰਬਖਸ਼ ਸਿੰਘ ਰਹਿੰਦੇ ਰਹੇ ਹੈਗੇ ਆ। ਇਸੇ ਤਰ੍ਹਾਂ ਇਹਨਾਂ ਨੇ ਘੰਟਾ ਘਰ ਅਤੇ ਇਸ ਦੇ ਨਾਲ ਲੱਗਦੀਆਂ ਹੋਰ 12 ਦਰੀਆਂ ਜਿਹੜੀਆਂ ਬਣਵਾਈਆਂ ਸੀ, ਜਿਹੜੀਆਂ ਕਿ ਪਿਛਲੇ ਸਮੇਂ ਦੌਰਾਨ ਫਰੀਦਕੋਟ ਦੇ ਵਿੱਚ ਉਹਨਾਂ ਦਾ ਕੁਛ ਹਿੱਸਾ ਮੌਜੂਦ, ਹਜੇ ਵੀ ਤੁਹਾਨੂੰ ਕੁਛ ਹਿੱਸਾ ਮੌਜੂਦ ਜਿਹੜਾ ਉਹ ਦਿਸ ਜੂਗਾ, ਪਰ ਉਹ ਢਾਈ ਜਾ ਰਿਹਾ, ਖ਼ਤਮ ਹੋ ਰਿਹਾ ਹੈਗਾ। ਇਸੇ ਤਰ੍ਹਾਂ ਹੀ ਇਹਨਾਂ ਨੇ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਕੋਠੀ ਤਿਆਰ ਕਰਵਾਈ ਸੀ, ਜਿਹਦੇ ਚਾਰੇ ਪਾਸੇ ਸੜਕ ਸੀਗੀ, ਟਾਪੂਨੁਮਾ ਕੋਠੀ ਸੀ। ਰਾਜਾ ਬਲਬੀਰ ਸਿੰਘ ਸੀਗੇ ਜਿਹੜੇ, ਇਹ ਸਿੰਘ ਸਭਾ ਲਹਿਰ ਉਦੋਂ ਮੂਵਮੈਂਟ ਸ਼ੁਰੂ ਹੀ ਹੋਈ ਸੀ, ਹਜੇ ਬਿਲਕੁਲ ਸ਼ੁਰੂਆਤ ਸੀ। ਇਹਨਾਂ ਨੂੰ ਇਹ ਵੀ ਮੰਨਿਆ ਜਾਂਦਾ ਕਿ ਇਹਨਾਂ ਨੇ ਆਰਥਿਕ ਤੌਰ 'ਤੇ ਵੀ ਸਿੰਘ ਸਭਾ ਮੂਵਮੈਂਟ ਦੇ ਵਿੱਚ ਕਾਫੀ ਮਦਦ ਆ ਜਿਹੜੀ ਉਹ ਕੀਤੀ ਸੀ। ਅਤੇ
मैं तुहानूं ना इन्हां दे कुछ शब्द सुणाउणा हैगा जिहड़े उन्हां ने एक वारी अपने राज दरबार दे विच उन्हां ने ना अपनी प्रजा दे नाल साझे कीते ने कुछ शब्द, बड़े शानदार शब्द ने। मैं तुहाडे नाल ओह साझे करदा हैगा। कहंदे मैं अज अपनी प्रजा नूं होर भी कई गल्लां समझाउणीਆਂ सन, पर समां बहुत थोड़ा है, इसलिए केवल थोड़े ਜਿਹੇ शब्दां 'ਚ बयान करदा हां। रियासत की प्रजा विच अध तो वधेरे सिंह हन जो अपने आप नूं सतगुरु साहिबान दे श्रद्धालु जाहिर करते हैं, पर मैनूं सख्त अफसोस है कि वो अपने द्वारा इस कथन की पुष्टि नहीं करते। आम तौर पर नौजवान चेहरे ते खत बनवाउंदे हन, दाढ़ी मुੱਛਾਂ कटवाउंदे हन ਅਤੇ कई तंबाकू भी वरतते हैं। उन्हां नूं याद रखना चाहिए है कि वो खालसा धर्म दीआं हदायतां ते चलदे होए ही सिंह कहा सकते हैं। जद तक वो गुरु साहिबान वालों नियत कीते चिन्ह धारण ना करन, वो किसी सिख संस्था विच माण नहीं पा सकते। दुनिया विच जिन्हां चीज़ां नूं प्यार करके आदमी चंगी जिंदगी कट सकता है अते अग्गा सवार सकता है, उन्हां विच सब तो उत्तम अपने धर्म की पाबंदी है, जिस विच मनुख जम्मिया होवे जां जिस तो उसका नाम लिया जाता होवे। इसलिए माण दा कारण है ਅਤੇ ਇਹ ਗੱਲ पल्ले बन के ही असी सारे खालसे कहा सकते हाँ। मैं ये भी वेखदा हाँ कि लोग कई अजिहियां रस्मां नूं जरूरी समझण लग पए हन जो ना तो मजहब ने सानूं सिखाईआं ते ना ही कोई लाभ है। फिर भी शादी गमी के मौक़िਆਂ ते इन्हां रस्मां नूं पूरा करना फर्ज समझा जाता है। लोग इन्हां दी पूर्ति विच बर्बाद हो जाते हैं पर सिੱਖਿਆ नहीं लैंदे। मेरे अजीजो, इन्हां बर्बाद करन वालियां रस्मां तो बचो। सो तुसीं देखिया भी मैं तुहानूं सुणाया कि किन्ने रेवोल्यूशनरी है ना विचार आ जिहड़े ओह आधुनिक विचार आ जिहड़े ओह राजा बलबीर सिंह ने इस दे विच प्रगट कीते आ। ये दोस्तों जिहड़ी ये 3 डायरियां ने जिन्हां दे विचों ये जिहड़ी हैगी आ ये सारी एक डायरी है जिहड़ी ये किताब है जिहड़ी ओह होंद दे विच आई आ। ये डायरियां जिहड़ियां ये अंग्रेजी विच कैसल एंड कंपनी लिमिटेड लंडन, पैरिस ਅਤੇ ਮੈਲਬੌਰਨ ਤੋਂ डायरियां दी लेट्स डायरीज़ लिमिटेड कंपनी द्वारा ये छापियां गईयां हैगियां ते क्योंकि डायरियां अंग्रेज़ां लई छापियां सी, इसलिए इहदे विच जिहड़े तिथ तिहार ते होर जानकारी आ वो बाइबल, ईसाई ते संबंधित मुल्कां अनुसार मतलब ईवन कि उहदे विच चंद चढ़न दा छुपण दा समां जिहड़ा हैगा आदि वो भी इहदे विच दस्सिया होया। ते महाराजा साहब ने जिथे आपदी लाइफ दे मेन जिहड़े उन्हां ने मतलब जिहड़े हैगे आ वो अपने पल कई थावां ते तां बड़े विस्तार दे विच वो गल लिखी होईयां, कई थावां ते उन्हां ने मतलब बहुत छोटे वाकां दे विच मतलब छोटे वाकां दे विच अपनी जिहड़ी हैगी डायरी दी उस दिन दी है जिहड़ी वो सारी गलबात आ जिहड़ी वो अपने सामने रखी हैगी आ। उन्हां दी जिहड़ी ये डायरी है जदों आपां इह डायरी नूं पढ़ांगे आपां नूं क्योंकि ये उन्हां ने अंग्रेजी बड़ी सोहनी करसिव हैंड राइटिंग दे विच जिहड़ी हैगी आ वो लिखी हुई आ। मैं तुहानूं इहदे विच कुछ पेज आ जिहड़े वो तुहाडे नाल साझे करदा। आ देखो ये डायरी जिहड़ियां वो डायरी असली डायरियां ने ओहदी ये फोटोज़ ने ये असली डायरियां दियां। ਉਹਦੇ ਵਿੱਚ ਡਾਇਰੀਆਂ ਦੇ ਵਿੱਚ ਐਡਵਰਟਾਈਜ਼ਮੈਂਟ ਵੀ ਕੀਤੀ ਹੋਈ ਆ, ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਐਡਵਰਟਾਈਜ਼ਮੈਂਟ ਹੁੰਦੀ ਆ ਕਾਪੀਆਂ ਕਿਤਾਬਾਂ 'ਤੇ, ਉਵੇਂ ਉੱਥੇ ਉਦੋਂ ਵੀ ਡਾਇਰੀਆਂ ਦੇ ਵਿੱਚ ਐਡਵਰਟਾਈਜ਼ਮੈਂਟ ਹੋਈ ਵੀ ਆ। ਅਤੇ ਖਾਸ ਤੌਰ 'ਤੇ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਰਾਜਾ ਸਾਹਿਬ ਦੀ ਹੈਂਡ ਰਾਈਟਿੰਗ ਦੇਖੋ ਕਿੱਡੀ ਸੋਹਣੀ ਹੈਗੀ ਆ, ਕਰਸਿਵ ਹੈਂਡ ਰਾਈਟਿੰਗ ਆ ਬੜੀ ਸ਼ਾਨਦਾਰ, ਔਰ ਅੰਗਰੇਜ਼ੀ ਦੇ ਵਿੱਚ ਹੈ। ਔਰ ਇਹੀ ਅੰਗਰੇਜ਼ੀ ਨੂੰ ਜਿਹੜੀ ਹੈਗੀ ਆ ਉਹ ਸਾਡੇ ਅੰਕਲ ਜੀ ਸਤਿਕਾਰਯੋਗ ਕਰਨਲ ਬਲਬੀਰ ਸਿੰਘ ਸਰਾਂ, ਕਰਨਲ ਬਲਬੀਰ ਸਿੰਘ ਸਰਾਂ ਜੋ ਹੁਣ ਤੋਂ ਪਹਿਲਾਂ ਜੋ ਰਿਆਸਤ ਦੀ ਜਾਇਦਾਦ ਸੀ ਉਹਦੀ ਸਾਂਭ ਸੰਭਾਲ ਕਰਨ ਵਾਲਾ ਜਿਹੜਾ ਟਰਸਟ ਸੀ ਮਹਾਰਾਵਲ ਖੇਵਾਜੀ ਟਰਸਟ, ਉਹ ਉਸ ਟਰਸਟ ਦੇ ਵਿੱਚ ਇਹ ਕੰਮ ਕਰਦੇ ਸਨ। ਅਤੇ ਕਿਉਂਕਿ ਇਹਨਾਂ ਦਾ ਫਿਰ ਵਾਹ ਵਾਸਤਾ ਰਿਹਾ ਰਿਆਸਤ ਦੇ ਰਿਕਾਰਡ ਦੇ ਨਾਲ, ਰਿਆਸਤ ਦੇ ਸਮਾਨ ਦੇ ਨਾਲ, ਤੋ ਇਹਨਾਂ ਕੋਲ ਕਾਫੀ ਨੌਲੇਜ, ਜੋ ਇਹਨਾਂ ਕੋਲ ਕਾਫੀ ਜਾਣਕਾਰੀ ਸੀ, ਉਹ ਇਹਨਾਂ ਨੇ ਮਤਲਬ ਇਹ ਦੂਜੀ ਕਿਤਾਬ ਆ ਰਿਆਸਤ ਬਾਰੇ। ਇੱਕ ਇਸ ਤੋਂ ਪਹਿਲਾਂ ਇਹਨਾਂ ਦੀ ਕਿਤਾਬ ਆਈ ਹੈਗੀ ਆ ਇੱਕ ਸੀ ਰਿਆਸਤ ਫਰੀਦਕੋਟ, ਜਿਹਦੇ ਵਿੱਚ ਰਿਆਸਤ ਦਾ ਇਤਿਹਾਸ ਬੜਾ ਸ਼ਾਨਦਾਰ ਤਰੀਕੇ ਨਾਲ ਅੰਕਲ ਜੀ ਦੁਆਰਾ ਲਿਖਿਆ ਗਿਆ। ਔਰ ਇਹ ਜਿਹੜੀ ਦੂਜੀ ਕਿਤਾਬ ਆ ਇਹਦੇ ਵਿੱਚ ਉਹਨਾਂ ਨੇ ਰਾਜੇ ਦੀ ਡਾਇਰੀ ਹੈ ਜਿਹੜੀ ਮਤਲਬ ਉਹਨਾਂ ਦੀ ਲਾਈਫ ਬਾਰੇ ਜਿਹੜਾ ਉਹਨਾਂ ਨੇ ਵੀ ਉਹ ਮਤਲਬ ਸਾਨੂੰ ਉਹਨਾਂ ਦੀ ਨਾ ਜਦੋਂ ਅਸੀਂ ਪੜ੍ਹਾਂਗੇ ਸਾਨੂੰ ਪਤਾ ਲੱਗੂਗਾ ਕਿ ਉਹ ਕਿਹੋ ਜਿਹਾ ਜੀਵਨ ਜਿਉਂਦੇ ਸਨ, ਉਹਨਾਂ ਦੇ ਸੰਬੰਧ ਕਿਹੋ ਜਿਹੇ ਸਨ, ਪਰਿਵਾਰਕ ਸੰਬੰਧ ਕਿਹੋ ਜਿਹੇ ਸਨ, ਆਲੇ ਦੁਆਲੇ ਦੇ ਰਾਜਿਆਂ ਦੇ ਨਾਲ ਸੰਬੰਧ ਕਿਹੋ ਜਿਹੇ ਸਨ, ਜਾਂ ਜਿਹੜੀ ਉਸ ਟਾਈਮ 'ਤੇ ਅੰਗਰੇਜ਼ ਰਾਜ ਕਰ ਰਹੇ ਸੀਗੇ ਜੋ ਇਸ ਬਾਕੀ ਇਸ ਖਿੱਤੇ ਦੇ ਉੱਪਰ, ਅਤੇ ਉਹ ਅੰਗਰੇਜ਼ਾਂ ਨਾਲ ਉਹਨਾਂ ਦੇ ਸੰਬੰਧ ਕਿਹੋ ਜਿਹੇ ਸਨ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਦਾ ਪਤਾ ਸਾਨੂੰ ਇਸ ਡਾਇਰੀ ਦੇ ਉੱਤੋਂ ਲੱਗਦਾ। ਸੋ ਰਾਜਾ ਜੀ ਜਿਹੜੇ ਰਾਜਾ ਬਲਬੀਰ ਸਿੰਘ ਸੀ ਉਹ 37 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਡੈਥ ਹੋ ਗਈ ਸੀਗੀ
ਬਿਮਾਰ ਰਹਿੰਦੇ ਸਨ, ਉਹਨਾਂ ਨੂੰ ਕੋਈ ਪੇਟ ਦੀ ਸਮੱਸਿਆ ਸੀ। ਸੋ 37 ਸਾਲ ਦੀ ਉਮਰ ਦੇ ਵਿੱਚ ਉਹ ਸਵਰਗ ਸਿਧਾਰ ਗਏ ਸਨ। ਪਰ ਉਹਨਾਂ ਦਾ 37 ਸਾਲ ਦਾ ਜਿਹੜਾ ਕਾਰਜਕਾਲ ਸੀ ਉਹ ਅੱਜ ਵੀ ਮਤਲਬ ਫਰੀਦਕੋਟ ਦੇ ਵਿੱਚ ਉਹ ਗਿਣਿਆ ਜਾਂਦਾ ਹੈਗਾ। ਫਰੀਦਕੋਟ ਦੇ ਪੁਰਾਣੇ ਬਜ਼ੁਰਗ ਆ ਜਿਹੜੇ ਉਹ ਉਹਨਾਂ ਨੂੰ ਸਮਝਦੇ ਆ ਵੀ ਉਹ ਬੜਾ ਸੋਹਣਾ ਕਾਰਜਕਾਲ ਸੀ। ਕਹਿੰਦੇ ਨੇ ਕਿ ਉਹ ਫਰੀਦਕੋਟ ਦੇ ਸਾਰੇ ਜਿੰਨੇ ਵੀ ਰਾਜੇ ਹੋਏ ਆ ਉਹਨਾਂ ਦੇ ਵਿੱਚੋਂ ਸਭ ਤੋਂ ਸੋਹਣੇ ਰਾਜਾ ਸਨ ਔਰ ਉਹਨਾਂ ਦਾ ਕੱਦ 6 ਫੁੱਟ ਦੇ ਲਗਭਗ ਕੱਦ ਸੀ ਅਤੇ ਉਹ ਬੇਔਲਾਦੇ ਹੀ ਉਹਨਾਂ ਦੀ ਮੌਤ ਹੋਈ ਸੀ। ਉਹ ਬੇਔਲਾਦੇ ਸਨ ਅਤੇ ਉਸ ਤੋਂ ਬਾਅਦ ਉਹਨਾਂ ਦੇ ਭਤੀਜੇ ਨੂੰ ਜਿਹੜੀ ਅਗਲੀ ਗੱਦੀ ਦਾ ਜਿਹੜਾ ਵਾਰਸ ਸੀ ਉਹ ਬਣਾਇਆ ਗਿਆ ਸੀ। ਸੋ ਦੋਸਤੋ ਬੜੀ ਹੀ ਇੰਟਰਸਟਿੰਗ, ਬੜੀ ਹੀ ਮਹੱਤਵਪੂਰਨ, ਬੜੀ ਦਿਲਚਸਪ ਇਹ ਜਿਹੜੀ ਰਾਜੇ ਦੀ ਡਾਇਰੀ ਆ। ਰਾਜਿਆਂ ਦੇ ਜੀਵਨ ਬਾਰੇ, ਰਾਜਿਆਂ ਦੇ ਸੰਬੰਧਾਂ ਬਾਰੇ, ਰਾਜਿਆਂ ਦੇ ਪਰਿਵਾਰਕ ਉਹਨਾਂ ਬਾਰੇ ਜਿਹੜੀਆਂ ਆਪਾਂ ਗੱਲਾਂ ਫਿਰ ਦੁਹਰਾ ਰਿਹਾ ਮੈਂ ਉਹਨਾਂ ਬਾਰੇ ਬੜਾ ਸੋਹਣਾ ਆਪਾਂ ਨੂੰ ਪੜ੍ਹਨ ਨੂੰ ਮਿਲਦਾ। ਕਰਨਲ ਬਲਵੀਰ ਸਿੰਘ ਉਹਨਾਂ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਐਡੀ ਦਿਲਚਸਪ ਕਿਤਾਬ ਹੈ ਜਿਹੜੀ ਦੂਜੀ ਦਿਲਚਸਪ ਕਿਤਾਬ ਹੈ ਜਿਹੜੀ ਉਹ ਰਿਆਸਤ ਬਾਰੇ ਉਹ ਸਾਡੇ ਸਾਹਮਣੇ ਪੇਸ਼ ਕੀਤੀ ਆ। ਬਹੁਤ ਬਹੁਤ ਧੰਨਵਾਦ।